ਉਹ ਇਹ ਕਹਿੰਦਾ ਹੈ ਕਿ ਤੁਹਾਡਾ ਪੈਸਾ ਕਿੰਨੇ ਟਾਈਮ 'ਚ ਡਬਲ ਹੁੰਦਾ ਹੈ, ਠੀਕ ਹੈ। ਦੈਟ ਮੀਨਸ ਕਿ ਜਦੋਂ ਹੁਣ ਤੁਸੀਂ ਰੀਅਲ ਏਸਟੇਟ 'ਚ ਕੰਮ ਕਰਦੇ ਹੋ, ਸਭ ਤੋਂ ਪਹਿਲਾਂ ਨਾ ਤੁਹਾਨੂੰ ਉਹਦਾ ਸਾਈਕਲ ਨੂੰ ਸਮਝਣਾ ਪਊਗਾ, ਪੈਸੇ ਦੇ ਸਾਈਕਲ ਨੂੰ। ਉਸ ਤੋਂ ਬਾਅਦ ਉਹ ਕੰਮ ਕਿਦਾਂ ਕਰਦਾ ਤੁਹਾਨੂੰ ਉਹ ਚੀਜ਼ ਸਮਝਣੀ ਪਏਗੀ, ਠੀਕ ਹੈ। ਮੈਂ ਤੁਹਾਨੂੰ ਕੈਲਕੂਲੇਟ ਕਰਕੇ ਦਿਖਾਊਂਗਾ। ਜਿੱਦਾਂ ਹੁਣ ਤੁਸੀਂ ਰੂਲ ਆਫ 72 ਇਹ ਕਹਿੰਦਾ 72 ਡਿਵਾਈਡਡ ਬਾਈ ਪਰਸੈਂਟੇਜ ਕਰ ਦੋ, ਉਹ ਤੁਹਾਡੇ ਨਾ ਸਾਲ ਕੱਢ ਕੇ ਦੇ ਦੇਗਾ ਤੁਹਾਡੇ ਕਿੰਨੇ ਸਾਲ 'ਚ ਪੈਸੇ ਡਬਲ ਹੋਏ। ਸਮਝ ਗਏ? ਐਗਜ਼ਾਮਪਲ ਦੇਣਾ, ਜਿੱਦਾਂ ਹੁਣ ਤੁਹਾਡੇ ਕੋਲ 10 ਲੱਖ ਰੁਪਏ ਪਿਆ, ਗੋਲਡ ਦੇ ਵਿੱਚ ਜਦੋਂ ਐਫਡੀ 'ਚ 10 ਲੱਖ ਪਿਆ, ਐਫਡੀ 'ਚ ਆਪਾਂ ਨੂੰ ਮਿਲਦਾ 6%, ਠੀਕ ਹੈ। ਦੈਟ ਮੀਨਸ ਕਿ 12 ਸਾਲਾਂ ਦੇ ਵਿੱਚ ਜਿਹੜਾ 10 ਲੱਖ ਰੁਪਏ ਹੈ ਉਹ 20 ਲੱਖ ਰੁਪਏ ਹੋ ਜਾਏਗਾ ਇਨ 12 ਇਅਰਸ। ਇਸੇ ਤਰੀਕੇ ਨਾਲ ਜਦ ਆਪਾਂ ਗੱਲ ਕਰਦੇ ਆ ਉਸ ਤੋਂ ਬਾਅਦ ਗੋਲਡ ਦੀ, ਗੋਲਡ ਆਪਾਂ ਨੂੰ ਰਿਟਰਨ ਦਿੰਦਾ ਹੈ ਕਿ ਲੋ 8% ਜਾਂ 9% ਦੇ ਕਰੀਬ ਦਿੰਦਾ, ਆਪਾਂ ਕਹਿੰਦੇ ਕਿ 8% ਦਿੱਤੀ। ਦੈਟ ਮੀਨਸ ਕਿ 9 ਇਅਰਸ ਦਾ ਸਾਈਕਲ ਆਇਆ ਕਿ 10 ਲੱਖ ਰੁਪਏ ਦਾ ਗੋਲਡ 9 ਸਾਲਾਂ ਦੇ ਵਿੱਚ 20 ਲੱਖ ਦਾ ਹੋਏਗਾ, ਔਰ ਅਗਲੇ 9 ਸਾਲਾਂ ਦੇ ਵਿੱਚ 40 ਲੱਖ ਦਾ ਹੋਏਗਾ। ਅਗਲੇ 9 ਸਾਲਾਂ 'ਚ ਉਹ 40 ਤੋਂ 80 ਲੱਖ ਹੋਏਗਾ। ਤੁਸੀਂ ਕੰਪਾਊਂਡਿੰਗ ਨੂੰ ਸਮਝੇ ਜੋ ਮੈਂ ਚੀਜ਼ ਸਮਝਾਉਣਾ ਚਾਹੁੰਦਾ ਹਾਂ? ਬਿਲਕੁਲ। ਔਰ 80 ਦਾ 160 ਹੋਏਗਾ, 160 ਹੋਏਗਾ, ਔਰ 160 ਦਾ 320 ਹੋਏਗਾ। ਇਹ ਹੁੰਦੀ ਕੰਪਾਊਂਡ। ਔਰ ਜਿੰਨੀ ਜਲਦੀ ਹੈ, ਜਿੰਨਾ ਤੁਹਾਡਾ ਬੱਚਾ ਹੈ ਨਾ, ਅਗਰ ਇਫ ਹੀ ਨੋਜ਼ ਇਨਵੈਸਟਿੰਗ, ਇਹਨੂੰ ਅਗਰ ਬਚਪਨ ਤੋਂ ਕੰਪਾਊਂਡਿੰਗ ਸਮਝ ਆ ਜਾਏ, ਬਹੁਤ ਵੱਡਾ ਪੈਸਾ ਬਣਾ ਸਕਦਾ, ਬਹੁਤ ਵੱਡਾ। ਬਿਲਕੁਲ ਇੰਨਾ ਕਿ ਅਸੀਂ ਸੋਚਿਆ ਵੀ ਨਹੀਂ। ਮੈਂ ਤੁਹਾਨੂੰ ਕੈਲਕੂਲੇਟ ਕਰਕੇ ਵੀ ਦਿਖਾਊਂਗਾ। ਹੁਣ ਤੁਸੀਂ ਇਹ ਦੇਖੋ, ਆਪਾਂ ਆਨੇ ਰੀਅਲ ਏਸਟੇਟ ਤੇ, ਆਪਾਂ ਕਹਿੰਦੇ ਚਲੋ ਜ਼ਿਆਦਾ ਅਗਰੈਸਿਵਲੀ ਨਾ ਚੱਲੀਏ ਕਿਉਂਕਿ ਹੁੰਦੀਆਂ ਨੇ, ਤੁਹਾਨੂੰ ਐਕਸਪੀਰੀਅੰਸ ਹੈ, ਤੁਹਾਨੂੰ ਪਤਾ ਹੈ ਕਿੰਨਾ ਰਿਟਰਨ ਕਰ ਸਕਦੇ ਹੋ, ਬਟ ਆਪਾਂ ਇੱਕ ਨਾਰਮਲ ਲੈਣੇ ਕਿ 10% ਰਿਟਰਨ। ਦੈਟ ਮੀਨਸ ਕਿ ਅਗਰ ਤੁਹਾਡੇ ਕੋਲ ਅੱਜ ਪਲਾਟ ਪਿਆ ਹੈ 10 ਲੱਖ ਰੁਪਏ ਦਾ, ਉਹ 7 ਸਾਲਾਂ ਦੇ ਵਿੱਚ ਡਬਲ ਹੋ ਰਿਹਾ ਕਿ 10 ਲੱਖ ਦਾ ਪਲਾਟ 20 ਲੱਖ ਦਾ, 20 ਤੋਂ 40, 40 ਤੋਂ 80। 80 ਨਾ ਇਹ ਦਿਮਾਗ 'ਚ ਨਹੀਂ ਆਉਂਦੀ ਸਾਡੀ ਚੀਜ਼, ਇਹ ਨਹੀਂ ਆਉਂਦੀ, ਇਹ ਸਾਈਕਲ ਨਹੀਂ ਆਉਂਦਾ। ਅਸੀਂ ਸ਼ਾਰਟ ਟਰਮ ਸੋਚ ਲੈਂਦੇ ਆ ਨਾ, ਸ਼ਾਰਟ ਟਰਮ ਸੋਚਦੇ ਆ, ਅਸੀਂ ਲੌਂਗ ਟਰਮ ਸੋਚਦੇ ਹੀ ਨਹੀਂ। ਯੈਸ। ਔਰ ਹੁਣ ਗੱਲ ਕਰਦਾ ਜਿੱਦਾਂ ਕਹ ਲੋ 12 ਤੋਂ 13% ਤੇ ਸਾਡਾ ਦੇਸ਼ ਗਰੋ ਕਰਦਾ, ਇੰਡੈਕਸ ਇਨਵੈਸਟਿੰਗ ਜਿਹਨੂੰ ਆਪਾਂ ਬੋਲਦੇ ਆ, ਸਟਾਕ ਮਾਰਕੀਟ 'ਚ। ਅਗਰ ਕਹ ਲੋ ਤੁਸੀਂ, ਅਗਰ ਤੁਹਾਨੂੰ ਨਹੀਂ ਵੀ ਨੌਲੇਜ ਹੈਗੀ, ਅਗਰ ਤੁਸੀਂ ਬੇਸਿਕ ਇੰਡੈਕਸ ਦੇ ਵਿੱਚ ਵੀ ਇਨਵੈਸਟ ਕਰ ਦਿੰਦੇ ਹੋ, ਜਿੱਦਾਂ ਨਿਫਟੀ 50 ਹੈ, ਅਗਰ ਤੁਸੀਂ ਉਸ 'ਚ ਵੀ ਇਨਵੈਸਟ ਕਰਤਾ, ਸਟਿਲ ਤੁਹਾਡਾ ਮਤਲਬ ਜੋ ਪਾਸਟ ਰਿਟਰਨਸ ਹੈਗੀਆਂ 12-13% ਦੀ ਰਿਟਰਨਸ ਹੈਗੀਆਂ, ਠੀਕ ਹੈ। ਅਗਰ ਕਹ ਲੋ 13% ਦੀ ਰਿਟਰਨ ਹੈ, ਦੈਟ ਮੀਨਸ ਹਰੇਕ 5.5 ਸਾਲਾਂ 'ਚ ਪੈਸਾ ਡਬਲ ਹੋ ਰਿਹਾ, 5 ਸਾਲਾਂ 'ਚ ਹੋ ਰਿਹਾ। ਬਿਲਕੁਲ, ਠੀਕ ਹੈ। ਮਤਲਬ ਇਹ ਸਾਈਕਲਸ ਨੇ। ਤੇ ਹੁਣ ਤੁਸੀਂ ਦੇਖਣਾ ਹੈ ਕਿ ਤੁਹਾਡਾ ਪੈਸਾ ਕਿੰਨੇ ਗੁਣਾ। ਹੁਣ ਕਈ ਵਾਰੀ ਕੀ ਹੁੰਦਾ, ਜਿੱਦਾਂ ਤੁਹਾਡੇ ਕੋਲ ਕੋਈ ਪ੍ਰਾਪਰਟੀ ਸੀਗੀ, ਠੀਕ ਹੈ, ਉਹ ਤੁਹਾਨੂੰ ਕਿਸੇ ਨੇ ਕਿਹਾ ਯਾਰ ਆਪਾਂ ਨਾ 2 ਸਾਲ 'ਚ ਡਬਲ ਹੋ ਜਾਣਾ, ਤੁਸੀਂ 10 ਲੱਖ ਰੁਪਏ ਲਾ 2 ਸਾਲ 'ਚ ਡਬਲ, ਉਹਦਾ ਰਿਵਰਸ ਕੈਲਕੂਲੇਸ਼ਨ ਹੈ 72 ਡਿਵਾਈਡਡ ਬਾਈ 2 ਸਾਲ 'ਚ ਡਬਲ, ਮਤਲਬ 36% ਰਿਟਰਨ ਆਈ। ਜੇ ਤੁਸੀਂ ਆਪਣੇ ਪੈਸੇ ਤੇ ਇਹ ਦੇਖਣਾ ਨਾ ਕਿੰਨੇ % ਰਿਟਰਨ ਆਈ, ਉਹਨੂੰ ਉਲਟਾ ਕਰ ਦੋ, 72 ਡਿਵਾਈਡਡ ਬਾਈ 2 ਸਾਲ ਇਜ਼ ਇਕੁਅਲ ਟੂ 36%। ਹੁਣ ਇਹਦਾ ਸਾਈਕਲ ਸਮਝਾਣਾ, ਆ ਦੇਖੋ, ਜੇ ਇਹ ਸਾਈਕਲ ਨੂੰ ਸਮਝ ਗਏ ਨਾ, ਤੁਹਾਡਾ ਦਿਮਾਗ ਹੈ ਜੋ ਲਿਟਰਲੀ ਮਜ਼ਾਕ ਨਹੀਂ ਕਰ ਰਿਹਾ। ਆ ਦੇਖੋ, ਮੈਂ ਕਹਿੰਦਾ ਤੁਹਾਡੇ ਕੋਲ ਅੱਜ ਕਰੋੜ ਰੁਪਏ ਪਿਆ, ਠੀਕ ਹੈ, ਯੂ ਹੈਵ 1 ਕਰੋੜ ਰੁਪੀਜ਼। ਮੈਂ ਇੱਥੇ ਨਾ ਐਗਜ਼ਾਮਪਲ ਲਊਂਗਾ, ਦੇਖੋ ਅਲੱਗ-ਅਲੱਗ ਸਾਈਕਲ ਦੇ 72 ਡਿਵਾਈਡਡ ਬਾਈ 15-20% ਰਿਟਰਨ ਆ ਜਾਂਦੀ ਆਪਾਂ ਨੂੰ ਕੋਈ ਮਿਡ ਕੈਪ ਫੰਡਸ ਤੋਂ। ਐਂਡ ਆਪਾਂ ਐਗਜ਼ਾਮਪਲ ਲਵਾਂਗੇ, ਮੈਂ ਨਾ ਤੁਹਾਨੂੰ 26% ਪਤਾ ਕਿਉਂ ਲੈ ਰਿਹਾ, ਕਿਉਂਕਿ ਉਸ ਨੇ ਇੱਕ ਸਾਈਕਲ ਆ ਜਾਏਗਾ 3 ਸਾਲ ਦਾ। ਹੁਣ ਇੱਥੇ 3 ਸਾਲ ਦਾ ਸਾਈਕਲ ਆ ਗਿਆ ਕਿ ਹਰੇਕ 3 ਸਾਲ 'ਚ ਡਬਲ ਹੋ ਰਿਹਾ। ਉਹ ਕਿੱਦਾਂ ਹੋ ਰਿਹਾ, ਮੈਂ ਤੁਹਾਨੂੰ ਉਹ ਸਮਝਾਉਣਾ ਉਹਦੇ 'ਚ। ਅਗਰ ਕਹ ਲੋ ਤੁਹਾਡੇ ਕੋਲ ਅੱਜ ਕਰੋੜ ਰੁਪਏ ਪਿਆ, ਠੀਕ ਹੈ, ਔਰ ਉਹ ਤੁਹਾਡਾ ਪੈਸਾ 26% ਤੇ ਕੰਪਾਊਂਡ ਕਰ ਰਿਹਾ, ਤੇ ਹਰੇਕ 3 ਸਾਲ 'ਚ ਉਹ ਡਬਲ ਹੋਏਗਾ। ਦੈਟ ਮੀਨਸ 1 ਕਰੋੜ ਰੁਪਇਆ 3 ਸਾਲਾਂ 'ਚ ਕਿੰਨਾ, 2 ਕਰੋੜ। 6ਵੇਂ ਸਾਲ 'ਚ 9ਵੇਂ ਸਾਲ 'ਚ ਉਹ 8 ਕਰੋੜ, ਸਮਝ ਰਹੇ ਹੋ। 12ਵੇਂ ਸਾਲ 'ਚ ਉਹ 16 ਦਾ ਡਬਲ ਕਿੰਨਾ ਹੁੰਦਾ, 32 ਕਰੋੜ। 24 ਸਾਲਾਂ 18ਵੇਂ ਸਾਲ 'ਚ 64 ਕਰੋੜ। 64 ਕਰੋੜ ਦਾ ਡਬਲ ਕਿੰਨਾ ਹੁੰਦਾ, ਮਤਲਬ 21 ਸਾਲਾਂ ਦੇ ਵਿੱਚ। ਅੱਜ ਇਹ 11 ਸਾਲ ਦਾ ਹੈ ਨਾ, ਜਿਸ ਦਿਨ 11 + 21 ਕਰ ਲਓ, ਜਿਸ ਦਿਨ ਇਹ 32-33 ਸਾਲ ਦਾ ਹੋਏਗਾ, ਅਗਰ ਅੱਜ ਇਹਦੇ ਕੋਲ 1 ਕਰੋੜ ਰੁਪਏ ਵੀ ਇਨਵੈਸਟ ਹੈ, if it is compounding at 26%, 128 ਕਰੋੜ ਰੁਪਏ ਦਾ ਇਦਾਂ ਹੀ ਹੋ ਜਾਏਗਾ ਬਿਨਾਂ ਕੁਝ ਹੱਥ ਲਗਾਏ। ਔਰ ਇਵਨ ਤੁਹਾਨੂੰ ਪਤਾ ਹੈ ਅੱਜ ਇਹਦੇ ਕੋਲ ਅਗਰ 2 ਲੱਖ ਰੁਪਏ ਪਿਆ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇਫ ਵੀ ਹੈਵ 2 ਲੱਖ ਰੁਪਏ, ਔਰ ਇਹੀ ਸੇਮ ਪੈਟਰਨ ਨਾਲ ਅਸੀਂ ਅਗਰ ਕਹ ਲਓ 10 ਸਾਲ ਇਨਵੈਸਟ ਕਰਕੇ ਰੱਖਦੇ ਹਾਂ, ਠੀਕ ਹੈ, ਤੇ ਉਹਦਾ ਸਾਈਕਲ ਕਿੱਦਾਂ ਚੱਲਦਾ, ਮੈਂ ਤੁਹਾਨੂੰ ਕਰੋੜ ਦੇ ਹਿਸਾਬ ਨਾਲ ਸਮਝਾਉਣਾ, ਕਿਉਂਕਿ ਸਾਡਾ ਸਾਈਕਲ ਵੱਡਾ ਹੈ, ਠੀਕ ਹੈ। ਤੁਸੀਂ ਰੀਅਲ ਏਸਟੇਟ 'ਚ ਕੰਮ ਕਰਦੇ ਹੋ, ਤੁਹਾਨੂੰ ਪਤਾ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਤੁਹਾਡੇ ਸਾਈਕਲ ਦੇ ਹਿਸਾਬ ਨਾਲ ਸਮਝਾਉਣਾ। ਹੁਣ ਆਪਾਂ ਪਹਿਲਾਂ ਦੇਖਿਆ 3-3 ਸਾਲ ਦਾ ਸਾਈਕਲ, 3-3 ਸਾਲ 'ਚ ਡਬਲ ਹੋ ਰਿਹਾ। ਹੁਣ ਮੈਂ 10 ਸਾਲਾਂ 'ਚ 10 ਗੁਣਾ ਕਿੰਨਾ ਹੁੰਦਾ, ਤਾਂ ਉਹਦਾ ਦੱਸਦਾ। 1 ਕਰੋੜ ਰੁਪਏ ਅਗਰ 26% ਤੇ ਕੰਪਾਊਂਡ ਕਰ ਰਿਹਾ, ਮਤਲਬ ਹਰੇਕ 3 ਸਾਲ 'ਚ ਡਬਲ ਹੋ ਰਿਹਾ। ਦੈਟ ਮੀਨਸ ਕਿ 10ਵੇਂ ਸਾਲ 'ਚ 10 ਗੁਣਾ ਹੋਊਗਾ। 1 ਕਰੋੜ ਰੁਪਏ ਦਾ 10 ਗੁਣਾ ਕਿੰਨਾ ਹੁੰਦਾ, 10 ਕਰੋੜ। ਅਗਲੇ 20ਵੇਂ ਸਾਲ 'ਚ 10 ਕਰੋੜ ਦਾ ਕਿੰਨਾ ਹੁੰਦਾ, 10 ਟਾਈਮਸ 100 ਕਰੋੜ। ਸਮਝੇ, ਇੱਕ 0 ਹੋਰ ਐਡ ਹੋਗੀ। ਅਗਲੇ 10 ਸਾਲਾਂ 'ਚ ਇਟ ਇਜ਼ 1000 ਕਰੋੜ। ਸਮਝ ਗਏ।
10,000। ਬਟ ਇੰਨਾ ਦੇ ਕੌਣ ਰਿਹਾ ਰਿਟਰਨ? ਅਰੇ ਸਰ ਤੁਹਾਨੂੰ ਮੈਂ ਸਾਈਕਲ ਸਮਝਾ ਰਿਹਾ, ਤੁਸੀਂ ਇਹਨੂੰ 15% ਤੇ ਕਰ ਲਓ, 10% ਤੇ ਕਰ ਲਓ, ਪਰ ਕੰਪਾਊਂਡ ਤਾਂ ਹੋਏ ਨਾ। ਹਾਂ ਸਮਝ ਗਏ? ਮਤਲਬ ਜ਼ਿਆਦਾ ਤੁਸੀਂ ਇਹ ਨਾ ਦੇਖੋ ਕਿ ਮੈਂ ਜ਼ਿਆਦਾ ਕੌਣ ਦੇ ਰਿਹਾ ਕੌਣ ਨਹੀਂ ਦੇ ਰਿਹਾ, ਛੱਡੋ। ਮੈਂ ਜਸਟ ਤੁਹਾਨੂੰ ਇੱਕ ਕਨਸੈਪਟ ਸਮਝਾਉਣਾ ਚਾਹੁੰਦਾ ਸੀ। ਬਿਲਕੁਲ ਕਿ ਵਾਟ ਇਜ਼ ਅ ਕਨਸੈਪਟ ਆਫ ਇਨਵੈਸਟਿੰਗ ਇਨ ਅ ਲੌਂਗ ਟਰਮ। ਔਰ ਕਿਦਾਂ ਹੁਣ ਜਿੱਦਾਂ ਤੁਸੀਂ ਰੀਅਲ ਏਸਟੇਟ ਦਾ ਵੀ ਕੰਮ ਕਰਦੇ ਹੋ, ਜੇ ਤੁਸੀਂ ਵੀ ਕਿਤੇ ਸਾਈਕਲ ਘੁਮਾਈ ਜਾਓ, ਠੀਕ ਹੈ, ਅੱਜ ਕੱਲ 10 ਲੱਖ ਦਾ ਪਲਾਟ ਹੈ, ਡਬਲ ਹੋਇਆ 6 ਮਹੀਨੇ ਚ, ਡਬਲ ਹੋਇਆ ਸਾਲ ਚ, ਕਈ ਵਾਰੀ ਸਾਈਕਲ ਚੱਲਦੇ ਆ ਰੀਅਲ ਏਸਟੇਟ ਦੇ, ਕਈ ਵਾਰੀ ਨਹੀਂ ਚੱਲਦੇ, ਠੀਕ ਹੈ, ਡਬਲ ਹੋਇਆ ਪਲਾਟ ਲਿਆ, ਹੋਰ ਅੱਗੇ ਵੇਚਿਆ, ਅੱਗੇ ਤੋਂ ਅੱਗੇ 40 ਦਾ 80। ਦਿਸ ਇਜ਼ ਆਲਸੋ ਕੰਪਾਊਂਡਿੰਗ। समझ गए ना? इस तरीके से काम कर दिया। बट ये कि जितना जल्दी समझ आए, बच्चा छोटा है। हाँ सही गल। ही इज 11 years old। वॉरेन बफे ਅੱਜ ਸਭ ਤੋਂ ਅਮੀਰ ਇਨਸਾਨ ਹੈ ਦੁਨੀਆ ਦੇ ਵਿੱਚ, ਇਨਵੈਸਟਰ। ਔਰ ਉਹ ਕਿੰਨਾ ਬਣਿਆ ਸੀ? ਸਿਰਫ 11 ਸਾਲ ਦੀ ਉਮਰ ਤੋਂ ਇਨਵੈਸਟਿੰਗ ਸ਼ੁਰੂ ਕਰਕੇ। ਹਾਂ 11 ਸਾਲ ਦੀ ਉਮਰ ਚ ਵੀ ਉਹਦੇ ਕੋਲ ਮਾੜੇ ਮੋਟੇ ਪੈਸੇ ਸੀਗੇ। ਦ ਥਿੰਗ ਇਜ਼ ਉਹਦੇ ਕੋਲ ਟਾਈਮ ਸੀਗਾ। ਬਿਲਕੁਲ। ਔਰ ਜਿਹਦੇ ਕੋਲ ਟਾਈਮ ਹੈ ਔਰ ਉਹਨੂੰ ਇਨਵੈਸਟਿੰਗ ਅਗਰ ਸਮਝ ਆ ਗਈ ਨਾ, ਦੇ ਕੈਨ ਮੇਕ ਅ ਹਿਊਜ ਮਨੀ। ਬਿਲਕੁਲ ਯੂ ਰਾਈਟ। ਸਮਝ ਗਏ? ਬਸ ਇਹ ਸਾਈਕਲ ਸਮਝ ਆਣੀ ਚਾਹੀਦੀ ਕਿ ਪੈਸਾ ਕਿੱਦਾਂ ਕੰਮ ਕਰਦਾ। ਹੁਣ ਤੁਸੀਂ ਅੱਧਾ ਐਕਸਪੀਰੀਅੰਸ ਤੁਹਾਡੇ ਕੋਲ ਹੈ, ਥੋੜੀ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ। ਬਸ ਇਹ ਗੱਲ ਕੀ ਹੈ ਇੰਪਲੀਮੈਂਟੇਸ਼ਨ ਦੀ। ਜਿਸ ਦਿਨ ਇੰਪਲੀਮੈਂਟ ਹੋ ਗਈ, ਹੁਣ ਤੁਸੀਂ ਦੇਖੋ ਉਹਦੇ ਕੋਲ 2 ਲੱਖ ਪਿਆ, ਠੀਕ ਹੈ, ਅਗਰ ਤੁਸੀਂ ਦੇਖੋ ਆਪਾਂ ਸਾਈਕਲ ਦੇ ਹਿਸਾਬ ਨਾਲ ਚੱਲਦੇ ਹਾਂ, 1 ਲੱਖ ਰੁਪਇਆ ਅਗਰ ਉਹਦਾ ਇਨਵੈਸਟਡ ਵੀ ਰਹਿੰਦਾ ਨਾ ਫॉर 20 years ਦਾ ਸਾਈਕਲ ਹੈਗਾ, ਠੀਕ ਹੈ, ਤੇ ਇਟ ਇਜ਼ ਕਿੰਨਾ ਹੋਇਆ 20 ਸਾਲਾਂ ਚ ਕਰੋੜ ਰੁਪਏ। ਕਿਉਂਕਿ 10 ਟਾਈਮਸ ਹੀ ਸੀਗਾ। 1 ਲੱਖ ਦਾ 10 ਲੱਖ, 10 ਦਾ 1 ਕਰੋੜ ਰੁਪਏ। ਔਰ ਜੇ 2 ਲੱਖ ਰੁਪਏ ਪਿਆ ਤਾਂ ਸਿੱਧਾ 2 ਕਰੋੜ ਰੁਪਏ। 2 ਕਰੋੜ ਰੁਪਏ ਨਾਲ ਉਹਦੀ ਐਜੂਕੇਸ਼ਨ ਪੂਰੀ ਹੋਗੀ ਨਹੀਂ ਹੋਗੀ? ਹਾਂ ਬਿਲਕੁਲ। ਜਿਸ ਦਿਨ ਉਹ 20 ਸਾਲ ਦਾ ਹੋਏਗਾ, ਉਹਦੇ 2 ਕਰੋੜ ਚ ਐਜੂਕੇਸ਼ਨ ਪਲੱਸ ਮੈਰਿਜ ਪੂਰੀ ਹੋਗੀ ਨਹੀਂ ਹੋਗੀ? ਪਰ ਉਹ ਤੁਸੀਂ ਪੈਸਾ ਅੱਜ ਇਨਵੈਸਟ ਕਰਦੇ ਹੋ, ਤੁਸੀਂ ਅੱਜ ਕਮਾ ਰਹੇ ਹੋ ਨਾ, ਲੈਟ ਦ ਮਨੀ ਇਨਵੈਸਟਡ ਸਮਵੇਅਰ, ਠੀਕ ਹੈ, ਜੋ ਕਹ ਲੋ 12-15% ਤੇ ਵੀ ਕੰਪਾਊਂਡ ਕਰ ਰਹੀ ਹੈ, ਬਟ ਉਹ ਇਟ ਇਜ਼ ਓਵਰ देयर, it is getting invested and growing। समझ गए? ऐसा बनेगा। ਉਹਦੇ ਫਿਊਚਰ ਹੈ ਕੁਝ ਐਗਜ਼ਾਮਪਲ ਵੀ 12-15% ਤੇ ਕੌਣ ਕਰ ਰਿਹਾ?